बहुत ही ਸਤਿਕਾਰਯੋਗ ਹਾਜ਼ਰੀਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੇ ਵਿੱਚ ਬਹੁਤ ਘਟਨਾਵਾਂ ਇਵੇਂ ਦੀਆਂ ਵਾਪਰਦੀਆਂ ਨੇ ਜਿਨ੍ਹਾਂ ਦੇ ਪਿਛੋਕੜ ਨੂੰ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ। ਤੇ ਜੇਕਰ ਸਮੁੱਚੇ ਰੂਪ ਦੇ ਵਿੱਚ ਉਸ ਵਰਤਾਰੇ ਦਾ ਅਧਿਐਨ ਨਾ ਕੀਤਾ ਜਾਵੇ ਤਾਂ ਇਤਿਹਾਸ ਦੀਆਂ ਬਹੁਤ ਸਾਰੀਆਂ ਜਿਹੜੀਆਂ ਕੜੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਸ 'ਚ ਮਿਲਣਾ ਬਹੁਤ ਔਖਾ ਹੁੰਦਾ ਹੈ। ਅਕਸਰ ਇੱਕ ਗੱਲ ਤਾਂ ਮੇਰੇ ਖਿਆਲ ਦੇ ਨਾਲ ਜਿਹੜਾ ਪੰਜਾਬ ਦਾ ਬੱਚਾ ਹੈ ਉਸ ਦੀ ਜ਼ੁਬਾਨ 'ਤੇ ਵੀ ਆ ਜਾਂਦੀ ਹੈ, ਔਰ ਕਿਤੇ ਨਾ ਕਿਤੇ ਸਾਡੇ ਰਾਗੀਆਂ ਦੇ ਕੋਲੋਂ, ਸਾਡੇ ਢਾਡੀ ਸਾਹਿਬਾਨ ਦੇ ਕੋਲੋਂ, ਸਾਡੇ ਕਥਾਵਾਚਕਾਂ ਦੇ ਕੋਲੋਂ, ਪ੍ਰਚਾਰਕਾਂ ਦੇ ਕੋਲੋਂ ਇਹ ਗੱਲ ਅਕਸਰ ਜਿਹੜੀ ਹੈ ਉਹਨਾਂ ਨੇ ਸੁਣੀ ਹੁੰਦੀ ਹੈ ਕਿ ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਆ ਕੇ ਲਾਹੌਰ ਦੇ ਸੰਮਨ ਬੁਰਜ ਦੇ ਵਿੱਚ ਕਬਜ਼ਾ ਕਰਕੇ ਬੈਠ ਗਿਆ ਤੇ ਉਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਆਪਣੇ ਦਾਦੇ ਦਾ ਨਾਮ ਲੈ ਕੇ ਮੰਗਾ ਰਿਹਾ ਸੀ ਕਿ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰਿਆ ਬਾਹਰ ਨਿਕਲ, ਤੈਨੂੰ ਸਰਦਾਰ ਚੜ੍ਹਤ ਸਿੰਘ ਦਾ ਪੁੱਤਰਾ ਵੰਗਾਰਦਾ ਹੈ। ਸੋ ਕਦੀ ਗਾਹੇ ਬਗਾਹੇ ਸਰਦਾਰ ਚੜ੍ਹਤ ਸਿੰਘ ਦਾ ਜੀਵਨ ਕੈਸਾ ਸੀ ਉਸ ਦੇ ਉੱਪਰ ਤਾਂ ਵਿਸਥਾਰ ਦੇ ਵਿੱਚ ਚਰਚਾ ਕਰਾਂਗੇ, ਪਰ ਸਰਦਾਰ ਚੜ੍ਹਤ ਸਿੰਘ ਵਰਗਾ ਜਰਨੈਲ, ਉਸ ਵਰਗਾ ਯੋਧਾ, ਉਵੇਂ ਦਾ ਘੋੜਸਵਾਰ, ਉਵੇਂ ਦਾ ਨਿਸ਼ਾਨੇਬਾਜ਼, ਉਵੇਂ ਦਾ ਤੀਰ ਅੰਦਾਜ਼ ਤੇ ਉਵੇਂ ਦਾ ਦ੍ਰਿੜਤਾ ਵਾਲਾ ਬਲਸ਼ਾਲੀ ਸੂਰਮਾ ਇੱਕ ਛੋਟੀ ਜਿਹੀ ਅਣਗਹਿਲੀ ਦੇ ਕਰਕੇ ਇਸ ਸੰਸਾਰ ਤੋਂ ਚਲਾ ਗਿਆ। ਵੈਸੇ ਤਾਂ ਅਣਗਹਿਲੀ ਸ਼ਬਦ ਅਸੀਂ ਇਸ ਕਰਕੇ ਨਹੀਂ ਕਹਿੰਦੇ ਕਿ ਅਸੀਂ ਸਾਡੀ ਧਾਰਮਿਕ ਪਰੰਪਰਾਵਾਂ ਦੇ ਵਿੱਚ ਭਾਣਾ ਮੰਨਣ ਦੀ ਗੱਲ ਕੀਤੀ ਜਾਂਦੀ ਹੈ ਤੇ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਜੋ ਹੋਣਾ ਹੁੰਦਾ ਹੈ ਤੇ ਜਿਵੇਂ ਹੋਣਾ ਹੁੰਦਾ ਹੈ ਤੇ ਜਾਣ ਦਾ ਜੋ ਬਹਾਨਾ ਬਣਨਾ ਹੁੰਦਾ ਹੈ ਉਹ ਸਭ ਕੁਝ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੁੰਦਾ ਹੈ। ਸਰਦਾਰ ਚੜ੍ਹਤ ਸਿੰਘ, ਜਿਸ ਨੇ 18ਵੀਂ ਸਦੀ ਦੀਆਂ ਤਕਰੀਬਨ ਸਾਰੀਆਂ ਹੀ ਜੰਗਾਂ ਦੇ ਵਿੱਚ ਹਿੱਸਾ ਲਿਆ, ਉਹ ਚਾਹੇ ਉਹ ਜੰਗ ਸੀ ਜਿਹੜੀ ਏਮਨਾਬਾਦ ਦੇ ਬਾਹਰ ਜਸਪਤ ਰਾਏ ਦੇ ਨਾਲ ਹੋਈ ਜਦੋਂ ਸਰਦਾਰ ਨੇ ਬਾਹੂ ਸਿੰਘ ਨੇ ਜਸਪਤ ਰਾਏ ਦਾ ਸਿਰ ਵੱਢਿਆ, ਚਾਹੇ ਉਸ ਤੋਂ ਬਾਅਦ ਛੋਟੇ ਘੱਲੂਘਾਰੇ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੇ ਨਾਲ ਰਾਤ ਨੂੰ ਬੈਠ ਕੇ ਉਹ ਘੱਲੂਘਾਰੇ ਦੇ ਵਿੱਚੋਂ ਨਿਕਲਣ ਦੀ ਔਰ ਦੁਸ਼ਮਣ ਨਾਲ ਜੂਝਣ ਦੀ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਨਾਲ ਬਹਿ ਕੇ ਨੀਤੀ ਬਣਾਉਂਦੇ ਨੇ, ਉਹ ਬੜੀ ਅਹਿਮ ਹੈ। ਵੱਡੇ ਘੱਲੂਘਾਰੇ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੀ ਮਿਸਲ ਦੇ ਸਰਦਾਰਾਂ ਨੂੰ ਲੈ ਕੇ ਵਹੀਰ ਦੀ ਰੱਖਿਆ ਕਰਦਿਆਂ ਬਹਾਦਰੀ ਤੇ ਜ਼ੋਹਰ ਵਿਖਾਏ, ਉਹ ਜੌਹਰੀ ਨੇ ਕਿ ਬਾਰ-ਬਾਰ ਕਾਜ਼ੀ ਨੂਰ ਮੁਹੰਮਦ ਨੂੰ ਵੀ ਚੜ੍ਹਤੂ ਸ਼ਬਦ ਦਾ ਜ਼ਿਕਰ ਕਰਨਾ ਪੈਂਦਾ ਹੈ ਕਿ ਦੁਸ਼ਮਣ ਦੇ ਜ਼ੁਬਾਨ ਦੇ ਉੱਪਰ ਵੀ ਸਰਦਾਰ ਚੜ੍ਹਤ ਸਿੰਘ ਦਾ ਨਾਮ ਹੈ। ਸੋ ਕਿਵੇਂ ਦਾ ਸੂਰਮਾ ਹੋਵੇਗਾ, ਕਿਵੇਂ ਦਾ ਬਹਾਦਰ ਜਰਨੈਲ ਹੋਵੇਗਾ ਕਿ 18ਵੀਂ ਸਦੀ ਦੀ, ਮੈਨੂੰ ਜਿੰਨਾ ਚਿਰ ਤੱਕ 1774 ਤੱਕ ਉਹਨਾਂ ਦੀ ਜ਼ਿੰਦਗੀ ਰਹੀ ਹੈ, ਮੈਨੂੰ ਕਿ ਐਵੇਂ ਦੀ ਇਤਿਹਾਸ ਦੇ ਵਿੱਚ ਜੰਗ ਨਜ਼ਰ ਹੀ ਨਹੀਂ ਆਉਂਦੀ ਕਿ ਜਿਹਦੇ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੇ ਹਿੱਸਾ ਨਾ ਲਿਆ ਹੋਵੇ। ਬੜਾ ਮਹਾਨ ਜਰਨੈਲ, ਪਰ ਉਸ ਜਰਨੈਲ ਦੀ ਜਾਨ ਕਿਵੇਂ ਗਈ? ਜੰਮੂ ਦੇ ਰਾਜੇ ਰਣਜੀਤ ਦੇਵ ਦਾ ਬੇਟਾ ਸੀ ਬ੍ਰਜਦੇਵ, ਤੇ ਕਿਸੇ ਗੱਲ ਤੋਂ ਪਿਤਾ ਤੇ ਪੁੱਤਰ ਦਾ ਆਪਸ ਦੇ ਵਿੱਚ ਕੋਈ ਝਗੜਾ ਚੱਲਦਾ ਸੀ। ਉਸ ਨਾਰਾਜ਼ਗੀ ਦੇ ਵਿੱਚ ਆ ਕੇ ਰਣਜੀਤ ਦੇਵ ਨੇ ਆਪਣਾ ਵਾਰਸ ਜਿਹੜਾ ਸੀ, ਆਪਣਾ ਛੋਟਾ ਬੇਟਾ, ਉਹ ਐਲਾਨ ਦਿੱਤਾ ਤੇ ਆਪਣੇ ਭਤੀਜੇ ਦੇ ਨਾਲ ਉਸਦੀ ਕਾਫੀ ਬਣਦੀ ਸੀ। ਸੋ ਜਦੋਂ ਵੱਡੇ ਪੁੱਤ ਨੂੰ ਪਤਾ ਲੱਗਾ ਕਿ ਜਿਹੜੀ ਰਾਜਗੱਦੀ ਦਾ ਅਧਿਕਾਰੀ ਮੇਰਾ ਛੋਟਾ ਭਰਾ ਹੋਵੇਗਾ ਜਾਂ ਮੇਰੇ ਚਾਚੇ ਦਾ ਪੁੱਤ ਜਿਹੜਾ ਹੈ ਉਹਦੇ ਅੱਗੋਂ ਅਧਿਕਾਰੀ ਦੇ ਤੌਰ ਤੇ ਕੰਮ ਕਰੇਗਾ, ਤੇ ਉਹਨੂੰ ਇੰਝ ਲੱਗਾ ਕਿ ਮੇਰੇ ਕੋਲ ਤਾਂ ਸਭ ਕੁਝ ਹੀ ਜਾਂਦਾ ਰਿਹਾ। ਸੋ ਜਦੋਂ ਉਸਨੇ ਵੇਖਿਆ ਕਿ ਮੇਰੇ ਕੋਲ ਇੰਨੀ ਤਾਕਤ ਨਹੀਂ, ਬੇਸ਼ੱਕ ਕਿ ਅੱਧੀਆਂ ਕੁ ਫੌਜਾਂ ਉਹਦੇ ਹੱਥ ਦੇ ਵਿੱਚ ਵੀ ਸਨ ਜਾਂ ਉਹਦੇ ਪੱਖ ਦੇ ਵਿੱਚ ਵੀ ਸਨ, ਪਰ ਫਿਰ ਵੀ ਉਸ ਸਮੇਂ ਉੱਤਰੀ ਭਾਰਤ ਦੇ ਵਿੱਚ ਜੇ ਕੋਈ ਤਾਕਤ ਸੀ ਜਿਹੜੀ ਕਿਸੇ ਦੀ ਮਦਦ ਕਰ ਸਕਦੀ ਸੀ ਤਾਂ ਉਹ ਤਾਕਤ ਜਿਹੜੀ ਸੀ ਉਹ ਸਿੱਖ ਮਿਸਲਾਂ ਸੀ। ਇਹ ਬ੍ਰਜਦੇਵ ਨੇ ਆ ਕੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਦੇ ਨਾਲ ਸੰਪਰਕ ਪੈਦਾ ਕੀਤਾ। ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਨੇ ਉਸ ਦੀ ਮਦਦ ਕਰਨ ਦਾ ਅਹਿਦ ਕਰ ਲਿਆ, ਪ੍ਰਣ ਦੇ ਦਿੱਤਾ, ਵਚਨ ਦੇ ਦਿੱਤਾ, ਤੇ ਸਰਦਾਰ ਜੈ ਸਿੰਘ ਘਨੱਈਆ ਨੂੰ ਨਾਲ ਲੈ ਕੇ ਆਪਣੇ ਸਾਥੀ ਸੂਰਮਿਆਂ ਸਮੇਤ ਜੰਮੂ ਦੇ ਰਾਜੇ ਰਣਜੀਤ ਦੇਵ ਦੇ ਬਾਗੀ ਪੁੱਤਰ ਬ੍ਰਜਦੇਵ ਦੀ ਮਦਦ ਕਰਨ ਦੇ ਵਾਸਤੇ
ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਜੰਮੂ ਪਹੁੰਚ ਗਿਆ। ਜਦੋਂ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਕਿ ਬ੍ਰਜਦੇਵ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਸਿੱਖ ਮਿਸਲਾਂ ਦੀ ਮਦਦ ਲੈਣ ਵਾਸਤੇ ਗਿਆ ਹੈ, ਤੇ ਰਣਜੀਤ ਦੇਵ ਨੂੰ ਇਹ ਗੱਲ ਸੁੱਝ ਗਈ ਕਿ ਜਿਹੜੀਆਂ ਸਿੱਖ ਮਿਸਲਾਂ ਨੇ, ਜੇਕਰ ਇਹ ਮੇਰੇ ਵੱਡੇ ਪੁੱਤਰ ਦੀ ਮਦਦ ਦੇ ਉੱਪਰ ਆ ਗਈਆਂ ਤੇ ਫਿਰ ਮੇਰਾ ਉਹਨਾਂ ਦੇ ਅੱਗੇ ਟਿਕਣਾ ਬਹੁਤ ਔਖਾ ਹੈ। ਤੇ ਉਸ ਨੇ ਆਪਣੇ ਛੋਟੇ ਪੁੱਤਰ ਨੂੰ ਵੀ ਪੰਜਾਬ ਤੋਰ ਦਿੱਤਾ, ਤੇ ਜਿਹੜਾ ਛੋਟਾ ਪੁੱਤਰ ਸੀ ਉਸ ਨੇ ਆ ਕੇ ਆਪਣੀ ਮਦਦ ਦੀ ਬੇਨਤੀ ਭੰਗੀ ਮਿਸਲ ਦੇ ਸਰਦਾਰ ਝੰਡਾ ਸਿੰਘ ਤੇ ਸਰਦਾਰ ਗੰਡਾ ਸਿੰਘ ਨੂੰ ਕਰ ਦਿੱਤੀ। ਹੁਣ ਉਧਰ ਇਹਨਾਂ ਦੋ ਸਰਦਾਰਾਂ ਨੇ ਉਸ ਨੂੰ ਵਚਨ ਦੇ ਦਿੱਤਾ, ਉਸ ਨੂੰ ਪ੍ਰਣ ਦੇ ਦਿੱਤਾ, ਔਰ ਵੇਖੋ ਹਾਲਾਤ ਇਵੇਂ ਦੇ ਬਣੇ ਕਿ ਜੰਮੂ ਦੇ ਵਿੱਚ ਦੋ ਫੌਜਾਂ ਆਮੋ ਸਾਹਮਣੇ ਖੜੀਆਂ ਨੇ ਤੇ ਦੋਹਾਂ ਹੀ ਫੌਜਾਂ ਦੀ ਅਗਵਾਈ ਕਰ ਰਹੇ ਨੇ ਸਿੱਖ ਮਿਸਲਾਂ ਦੇ ਸਰਦਾਰ। ਇੱਕ ਪਾਸੇ ਜਿਹੜਾ ਰਾਜਾ ਰਣਜੀਤ ਦੇਵ ਹੈ ਉਹਦੀ ਤੇ ਉਹਦੇ ਛੋਟੇ ਪੁੱਤਰ ਦੀ ਮਦਦ ਦੇ ਉੱਪਰ ਭੰਗੀ ਮਿਸਲ ਦੇ ਸਰਦਾਰ ਝੰਡਾ ਸਿੰਘ ਔਰ ਸਰਦਾਰ ਗੰਡਾ ਸਿੰਘ ਨੇ, ਤੇ ਦੂਸਰੇ ਪਾਸੇ ਬ੍ਰਜਦੇਵ ਦੀ ਮਦਦ ਦੇ ਉੱਪਰ ਸਰਦਾਰ ਜੈ ਸਿੰਘ ਕਨਈਆ ਤੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਨੇ। ਤਰਾਸਦੀ ਕਹਿ ਸਕਦੇ ਇਤਿਹਾਸ ਦੀ ਕਿ ਅਬਦਾਲੀ ਵਰਗੇ ਏਸ਼ੀਆ ਦੇ ਜੇਤੂ ਜਰਨੈਲਾਂ ਦੇ, ਜਿਨ੍ਹਾਂ ਨੇ ਪੰਜਾਬ ਦੀ ਧਰਤੀ ਦੇ ਉੱਪਰ ਪੈਰ ਨਾ ਲੱਗਣ ਦਿੱਤੇ, ਜਿਹਦੇ ਘੋੜੇ ਦੀ ਪੈੜ ਦੇ ਹੇਠਾਂ ਜਗ੍ਹਾ ਜਗ੍ਹਾ ਦੇ ਉੱਪਰ ਪਲੀਤੇ ਬਾਲ ਦਿੱਤੇ, ਉਹਦੇ ਵਰਗੇ ਸ਼ਾਹ ਸਵਾਰ ਜਿਹੜੇ ਸਿੱਖਾਂ ਦੇ ਅੱਗੇ ਟਿਕ ਨਾ ਸਕੇ, ਅੱਜ ਸਿੱਖਾਂ ਦੇ ਜਰਨੈਲ ਆਪਸ ਦੇ ਵਿੱਚ ਲੜਨ ਦੇ ਵਾਸਤੇ ਖੜੇ ਨੇ। ਸਰਦਾਰ ਸ਼ੁਕਰ ਚੱਕੀਏ ਨੇ ਇੱਕ ਦੁਸ਼ਮਣ ਦੇ ਉੱਪਰ ਆਪਣੀ ਬੰਦੂਕ ਦੀ ਸ਼ਿਸ਼ਤ ਬੰਨੀ, ਨਿਸ਼ਾਨਾ ਲਾਇਆ, ਅੰਦਾਜ਼ਾ ਲਗਾ ਲਿਆ ਕਿ ਦੁਸ਼ਮਣ ਦੂਰ ਹੈ ਤੇ ਗੋਲੀ ਦੀ ਮਾਰ ਜਿਹੜੀ ਉੱਥੋਂ ਤੱਕ ਨਹੀਂ ਜਾਵੇਗੀ। ਹੁਣ ਮੈਂ ਇੱਥੇ ਦੱਸ ਦੇਵਾਂ ਕਿ ਦੋ ਤਰ੍ਹਾਂ ਦੀਆਂ ਬੰਦੂਕਾਂ ਦਾ ਜ਼ਿਕਰ ਜਿਹੜਾ ਸਾਨੂੰ 18ਵੀਂ ਸਦੀ 'ਚ ਮਿਲਦਾ ਹੈ। ਇੱਕ ਨੂੰ ਕਿਹਾ ਜਾਂਦਾ ਹੈ ਫਲਿੰਟ ਲੌਕ ਰਾਈਫਲ ਤੇ ਇੱਕ ਨੂੰ ਕਿਹਾ ਜਾਂਦਾ ਹੈ ਮੈਚ ਲੌਕ ਰਾਈਫਲ। ਪੰਜਾਬੀ ਦੇ ਵਿੱਚ ਫਲਿੰਟ ਲੌਕ ਨੂੰ ਤੋੜੇਦਾਰ ਬੰਦੂਕ ਕਿਹਾ ਜਾਂਦਾ ਹੈ ਤੇ ਪਲੀਤੇਦਾਰ ਬੰਦੂਕ ਕਿਹਾ ਜਾਂਦਾ ਹੈ ਮੈਚ ਲੌਕ ਨੂੰ। ਇਹ ਜਿਹੜੀ ਪਲੀਤੇਦਾਰ ਬੰਦੂਕ ਹੁੰਦੀ ਹੈ, ਇਹ ਤੁਸੀਂ ਵੇਖ ਸਕਦੇ ਹੋ ਕਿ ਇਹਦੇ ਅਗਲੇ ਪਾਸਿਓਂ ਪਹਿਲਾਂ ਬਰੂਦ ਦੀ ਇੱਕ ਕੁੱਪੀ ਭਰ ਕੇ ਪਾਈ ਜਾਂਦੀ ਹੈ, ਉਸ ਤੋਂ ਬਾਅਦ ਉੱਪਰ ਠੋਕਿਆ ਜਾਂਦਾ ਹੈ ਉਸਨੂੰ ਸਟਿੱਕ ਦੇ ਨਾਲ, ਫਿਰ ਉਹਦੇ ਉੱਪਰ ਗੋਲੀ ਪਾਈ ਜਾਂਦੀ ਹੈ, ਉਸ ਨੂੰ ਫਿਰ ਥੋੜਾ ਜਿਹਾ ਠੋਕਿਆ ਜਾਂਦਾ ਹੈ, ਤੇ ਉਸ ਤੋਂ ਬਾਅਦ ਪਿੱਛੇ ਇਸ ਨੂੰ ਅੱਗ ਦੇਣ ਦੇ ਵਾਸਤੇ ਆ ਇੱਕ ਛੋਟੀ ਜੀ ਪਿਆਲੀ ਬਣੀ ਹੁੰਦੀ ਹੈ, ਉਹਦੇ 'ਚ ਥੋੜਾ ਜਿਹਾ ਬਰੂਦ ਪਾਉਣ ਤੋਂ ਬਾਅਦ ਇਸ ਜਿਹੜਾ ਘੋੜਾ ਹੈ ਜਿਹਦੇ ਉੱਪਰ ਇਹ ਰੱਸੀ ਲੱਗੀ ਹੁੰਦੀ ਹੈ, ਜਿਹਨੂੰ ਅੱਗ ਲੱਗੀ ਹੁੰਦੀ ਹੈ, ਉਹ ਦਬਾ ਦਿੱਤੀ ਜਾਂਦੀ ਹੈ। ਉਹਦੇ ਨਾਲ ਬਾਹਰ ਵਾਲਾ ਜਿਹੜਾ ਬਰੂਦ ਹੈ ਉਹ ਅੱਗ ਫੜ ਲੈਂਦਾ ਹੈ, ਤੇ ਵਿੱਚ ਛੋਟਾ ਜਿਹਾ ਬੈਰਲ ਤੱਕ, ਉਸ ਦੀ ਨਾਲੀ ਤੱਕ ਇੱਕ ਛੇਕ ਹੁੰਦਾ ਹੈ, ਉਹ ਅੱਗ ਜਿਹੜੀ ਅੰਦਰਲੇ ਬਰੂਦ ਨੂੰ ਲੱਗ ਜਾਂਦੀ ਹੈ ਤੇ ਉਹ ਜਿਹੜਾ ਬਰੂਦ ਹੈ ਫਟ ਜਾਂਦਾ ਹੈ ਤੇ ਗੋਲੀ ਜਿਹੜੀ ਹੈ ਉਹਦੇ ਦਬਾਅ ਦੇ ਨਾਲ ਅੱਗੇ ਨਿਕਲ ਜਾਂਦੀ ਹੈ। ਸੋ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀ ਦੇ ਕੋਲ ਉਸ ਵੇਲੇ ਪਲੀਤੇਦਾਰ ਬੰਦੂਕ ਸੀ, ਜਿਸ ਤਰ੍ਹਾਂ ਦੀ ਮੈਂ ਤੁਹਾਨੂੰ ਇਹ ਵਿਖਾ ਰਿਹਾ ਹਾਂ, ਤੇ ਉਸ ਪਲੀਤੇਦਾਰ ਬੰਦੂਕ ਦੀ ਗੋਲੀ ਦੂਰ ਜਾਵੇ। ਸਰਦਾਰ ਚੜ੍ਹਤ ਸਿੰਘ ਨੇ ਕੀ ਕੀਤਾ, ਹੋ ਸਕਦਾ ਪਹਿਲਾਂ ਵੀ ਇਹ ਤਜਰਬਾ ਉਹਨਾਂ ਨੇ ਕੀਤਾ ਹੋਵੇ। ਸਰਦਾਰ ਚੜ੍ਹਤ ਸਿੰਘ ਨੇ ਕੀਤਾ ਕਿ ਬਰੂਦ ਦੀਆਂ ਕੁੱਪੀਆਂ ਜਿਹੜੀ ਅਕਸਰ ਇੱਕ ਕੁੱਪੀ ਇੱਕ ਪੈਮਾਨੇ ਵਜੋਂ ਪਾਈ ਜਾਂਦੀ ਹੈ, ਉਹਨਾਂ ਨੇ ਦੋ ਕੁੱਪੀਆਂ ਜਿਹੜੀਆਂ ਸੀ ਉਹਦੀ ਬੈਰਲ ਦੇ ਵਿੱਚ, ਉਹਦੀ ਨਾਲੀ ਦੇ ਵਿੱਚ ਪਾ ਲਈਆਂ, ਤੇ ਜਦੋਂ ਉਹਨਾਂ ਨੇ ਸ਼ਿਸ਼ਤ ਬੰਨ੍ਹ ਕੇ ਉਹ ਬੰਦੂਕ ਚਲਾਈ ਤੇ ਉਹਦੀ ਬਰੀਚ ਦੇ ਵਿੱਚ, ਜਾਂ ਕਹਿ ਸਕਦੇ ਹੋ ਕਿ ਉਹਦੇ ਚੈਂਬਰ ਦੇ ਵਿੱਚ, ਜਾਂ ਜਿਸ ਜਗ੍ਹਾ ਦੇ ਉੱਪਰ ਬੈਰਲ ਦੇ ਪਿੱਛੇ ਜਾ ਕੇ ਬਰੂਦ ਇਕੱਠਾ ਹੁੰਦਾ ਹੈ, ਉਹ ਬਰੂਦ ਦੀ ਮਾਤਰਾ ਇੰਨੀ ਜ਼ਿਆਦਾ ਸੀ ਕਿ ਉਹ ਜਿਹੜੀ ਉਹਨਾਂ ਦੀ ਪਲੀਤੇਦਾਰ ਬੰਦੂਕ ਸੀ ਉਹਦੀ ਬਰੀਚ ਜਿਹੜੀ ਸੀ ਉਹ ਫਟ ਗਈ, ਉਹ ਸਿਰ ਦੇ ਉੱਪਰ ਆ ਕੇ ਲੱਗੀ, ਤੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਜਿਸ ਨੇ ਅਬਦਾਲੀ ਨੂੰ ਲੋਹੇ ਦੇ ਚਣੇ 'ਚ ਪਾ ਦਿੱਤੇ ਸੀ, ਉਹ ਜ਼ਮੀਨ ਦੇ ਉੱਪਰ ਡਿੱਗ ਪਿਆ, ਪ੍ਰਾਣ ਪਖੇਰੂ ਉੱਡ ਗਏ, ਭਾਵ ਕਿ ਉਹ ਸਰਦਾਰ ਅਕਾਲ ਚਲਾਣਾ ਕਰ ਗਿਆ। ਸਰਦਾਰ ਜੈ ਸਿੰਘ ਕਨਈਆ ਨੂੰ ਆਪਣੇ ਦੋਸਤ ਦੀ ਮੌਤ ਦਾ ਪਤਾ ਲੱਗਾ ਤਾਂ ਅਗਲੇ ਦਿਨ ਮੈਦਾਨੇ ਜੰਗ ਦੇ ਵਿੱਚ ਉਹਨਾਂ ਦੇ ਕੋਲੋਂ ਜਿਹੜਾ ਝੰਡਾ ਸਿੰਘ ਭੰਗੀ ਸੀ, ਕੌਮ ਦਾ ਸਰਦਾਰ, ਉਹ ਮਾਰਿਆ ਗਿਆ। ਕੁਛ ਸਰੋਤ ਕਹਿੰਦੇ ਨੇ ਕਿ ਉਹਨਾਂ ਨੇ ਵੀ ਬੰਦੂਕ ਦਾ ਨਿਸ਼ਾਨਾ ਲਵਾ ਕੇ ਕਿਸੇ ਦੇ ਕੋਲੋਂ ਉਹਨਾਂ ਦਾ ਕਤਲ ਕਰਵਾ ਦਿੱਤਾ। ਖੈਰ, ਜੋ ਵੀ ਹੋਇਆ ਹੋਵੇ, ਜੰਮੂ ਦਾ ਰਾਜਾ ਤਾਂ ਬ੍ਰਜਦੇਵ ਬਣ ਗਿਆ, ਪਰ ਉਹਦੀ ਘਰੇਲੂ ਜੰਗ ਦੇ ਵਿੱਚ ਸਿੱਖਾਂ ਨੇ ਆਪਣੀਆਂ ਮਿਸਲਾਂ ਦੇ ਦੋ ਜਰਨੈਲ ਜਿਹੜੇ ਸੀ ਉਹ ਗਵਾ ਲਏ, ਸਰਦਾਰ ਝੰਡਾ ਸਿੰਘ ਭੰਗੀ ਤੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ। ਸੋ ਇਹ ਸੀ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਜਿਨ੍ਹਾਂ ਦੀ ਜਿਹੜੀ ਅਕਾਲ ਚਲਾਣਾ ਕਰਨ ਦੀ ਜਿਹੜੀ ਵਿਧ ਬਣੀ, ਜਾਂ ਜਿਹੜਾ ਕਾਰਨ ਬਣਿਆ, ਉਹ ਇਹ ਸੀ ਕਿ ਉਹਨਾਂ ਨੇ
ਆਪਣੀ ਪਲੀਤੇਦਾਰ ਬੰਦੂਕ ਦੇ ਵਿੱਚ ਬਰੂਦ ਜਿਹੜਾ ਸੀ ਉਹ ਵੱਧ ਪਾ ਲਿਆ। ਆਸ ਕਰਦਾ ਕਿ ਇਸ ਜਾਣਕਾਰੀ ਦੇ ਵਿੱਚ ਇਹ ਜੋ ਵਾਕਿਆ ਤੁਹਾਡੇ ਨਾਲ ਸਾਂਝਾ ਕੀਤਾ ਹੈ, ਇਹ ਤੁਹਾਨੂੰ ਸਮਝਣ ਦੇ ਵਿੱਚ ਕੁਝ ਸੌਖ ਹੋਈ ਹੋਵੇਗੀ, ਔਰ ਕੋਸ਼ਿਸ਼ ਕਰਾਂਗਾ ਕਿ ਅੱਗੇ ਤੋਂ ਵੀ ਇਵੇਂ ਦੇ ਜਿਹੜੇ ਵਾਕਿਆਤ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਰਹੀਏ। ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।